ਪਿਆਰੇ ਬੱਚਿਓ, ਸਤਿ ਸ੍ਰੀ ਅਕਾਲ। ਅੱਜ ਬੇਟਾ ਆਪਾਂ ਵਿਆਕਰਨ ਦੇ ਮਹੱਤਵਪੂਰਨ ਭਾਗ ਵਚਨ ਬਾਰੇ ਗੱਲ ਕਰਾਂਗੇ। ਬੱਚਿਓ, ਵਚਨ ਵਿਆਕਰਨ ਦਾ ਮਹੱਤਵਪੂਰਨ ਭਾਗ ਹੈ। ਵਚਨ ਬਾਰੇ ਅਸੀਂ ਛੋਟੀਆਂ ਜਮਾਤਾਂ ਤੋਂ ਹੀ ਪੜ੍ਹਦੇ ਆਉਂਦੇ ਹਾਂ। ਵਿਸ਼ੇਸ਼ ਕਰਕੇ ਪ੍ਰਾਇਮਰੀ ਸਕੂਲ ਤੋਂ ਹੀ ਅਸੀਂ ਵਚਨ, ਇੱਕ ਵਚਨ, ਬਹੁ ਵਚਨ ਬਾਰੇ ਜਾਣਕਾਰੀ ਲੈਣੀ ਸ਼ੁਰੂ ਕਰ ਦਿੰਦੇ ਹਾਂ। ਤਾਂ ਇਹ ਸਾਡੀ ਵਿਆਕਰਨ ਦਾ ਬਹੁਤ ਹੀ ਦਿਲਚਸਪ ਤੇ ਸੌਖਾ ਪਾਠ ਹੈ। ਤਾਂ ਇਸ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਵਚਨ ਬਾਰੇ ਜਾਣਦੇ ਹਾਂ ਕਿ ਵਚਨ ਕੀ ਹੁੰਦਾ ਹੈ। ਤਾਂ ਬੱਚਿਓ, ਸ਼ਬਦ ਦੇ ਜਿਸ ਰੂਪ ਤੋਂ ਕਿਸੇ ਜੀਵ, ਵਸਤੂ, ਸਥਾਨ ਆਦਿ ਦੀ ਗਿਣਤੀ ਵਿੱਚ ਇੱਕ ਜਾਂ ਇੱਕ ਤੋਂ ਵੱਧ ਹੋਣ ਦੇ ਫਰਕ ਦਾ ਪਤਾ ਲੱਗੇ, ਉਸ ਨੂੰ ਵਚਨ ਆਖਦੇ ਹਨ। ਭਾਵ ਜਿਸ ਤੋਂ ਸਾਨੂੰ ਇਹ ਪਤਾ ਲੱਗੇ ਕਿ ਜੀਵ, ਵਸਤੂ, ਸਥਾਨ ਇੱਕ ਹੈ ਜਾਂ ਇੱਕ ਤੋਂ ਜ਼ਿਆਦਾ ਹੈ, ਉਹ ਵਚਨ ਹੁੰਦਾ ਹੈ। ਤਾਂ ਪੰਜਾਬੀ ਦੇ ਵਿੱਚ ਵਚਨ ਦੋ ਪ੍ਰਕਾਰ ਦੇ ਹੁੰਦੇ ਹੈ, ਇੱਕ ਵਚਨ ਤੇ ਬਹੁ ਵਚਨ। ਹੁਣ ਇਹਨਾਂ ਦੇ ਨਾਵਾਂ ਤੋਂ ਹੀ ਸਾਨੂੰ ਪਤਾ ਲੱਗਦਾ, ਇੱਕ ਵਚਨ ਯਾਨੀ ਕਿ ਇੱਕ, ਬਹੁ ਵਚਨ ਯਾਨੀ ਕਿ ਬਹੁਤੇ। ਤਾਂ ਇਹਨਾਂ ਬਾਰੇ ਅਸੀਂ ਜਾਣਦੇ ਹਾਂ ਕਿ ਇਹ ਇੱਕ ਵਚਨ ਤੇ ਬਹੁ ਵਚਨ ਦੀ ਕੀ ਪਰਿਭਾਸ਼ਾ ਹੈ। ਸ਼ਬਦ ਦੇ ਜਿਸ ਰੂਪ ਤੋਂ ਕਿਸੇ ਇੱਕ ਜੀਵ, ਵਸਤੂ, ਸਥਾਨ ਆਦਿ ਦਾ ਪਤਾ ਲੱਗੇ, ਉਸ ਨੂੰ ਇੱਕ ਵਚਨ ਕਿਹਾ ਜਾਂਦਾ ਹੈ। ਜਿਵੇਂ ਕੁੜੀ, ਕਿਤਾਬ, ਸ਼੍ਰੇਣੀ ਆਦਿ। ਭਾਵ ਇੱਕ ਵਚਨ ਜਿਸ ਦੇ ਵਿੱਚ ਜੀਵ, ਵਸਤੂ, ਸਥਾਨ ਦੀ ਗਿਣਤੀ ਹੈ ਜਿਹੜੀ ਉਹ ਇੱਕ ਹੋਵੇ, ਘੱਟ ਹੋਵੇ। ਤੇ ਬਹੁ ਵਚਨ ਸ਼ਬਦ ਦੇ ਜਿਸ ਰੂਪ ਤੋਂ ਇੱਕ ਤੋਂ ਵੱਧ ਜੀਵਾਂ, ਵਸਤੂਆਂ, ਸਥਾਨਾਂ ਆਦਿ ਦਾ ਗਿਆਨ ਹੋਵੇ, ਉਸ ਨੂੰ ਬਹੁ ਵਚਨ ਆਖਦੇ ਹਨ। ਜਿਵੇਂ ਕੁੜੀਆਂ, ਕਿਤਾਬਾਂ, ਜਮਾਤਾਂ ਆਦਿ। ਭਾਵ ਜਿੱਥੇ ਇੱਕ ਤੋਂ ਵੱਧ ਜੀਵ, ਵਸਤੂ ਤੇ ਸਥਾਨ ਹੋਣ ਤਾਂ ਉਹ ਹੁੰਦਾ ਬਹੁ ਵਚਨ। ਤਾਂ ਇਹ ਪੰਜਾਬੀ ਦੇ ਵਿੱਚ ਸ਼ਬਦ ਦੇ ਇੱਕ ਵਚਨ ਤੋਂ ਬਹੁ ਵਚਨ ਕਿਵੇਂ ਬਣਦੇ ਆ, ਇਹਦੇ ਕੁਝ ਨਿਯਮ ਹੈ। ਤਾਂ ਅਸੀਂ ਉਹਨਾਂ ਨਿਯਮਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਤਾਂ ਜੋ ਅਸੀਂ ਇੱਕ ਵਚਨ ਤੋਂ ਬਹੁ ਵਚਨ ਬਣਾਉਂਦੇ ਹੋਏ ਕਿਸੇ ਵੀ ਪ੍ਰਕਾਰ ਦੀ ਕੋਈ ਗਲਤੀ ਨਾ ਕਰੀਏ। ਤਾਂ ਇਹਨਾਂ ਨਿਯਮਾਂ ਬਾਰੇ ਅਸੀਂ ਜਾਣਦੇ ਹਾਂ। ਸਭ ਤੋਂ ਪਹਿਲਾ ਨਿਯਮ ਇਹ ਹੈ ਬੱਚਿਓ ਕਿ ਜਿਸ ਇੱਕ ਵਚਨ ਪੁਲਿੰਗ ਸ਼ਬਦ ਦੇ ਅੰਤ ਵਿੱਚ ਕੰਨਾ ਹੋਵੇ, ਉਸ ਦਾ ਬਹੁ ਵਚਨ ਅੰਤ ਵਾਲੇ ਕੰਨੇ ਦੀ ਥਾਂ ਤੇ ਲਾਂ ਲਾ ਕੇ ਬਣਾਇਆ ਜਾਂਦਾ ਹੈ। ਤਾਂ ਇਹ ਪਹਿਲਾ ਨਿਯਮ ਹੈ ਕਿ ਜੇ ਇੱਕ ਵਚਨ ਦੇ ਵਿੱਚ ਕੰਨਾ ਲੱਗਿਆ ਹੋਇਆ ਅਖੀਰ ਤੇ ਜਦੋਂ ਅਸੀਂ ਉਹਦਾ ਬਹੁ ਵਚਨ ਬਣਾਉਣਾ ਤਾਂ ਉਹ ਲਾਂ ਬਣ ਜੂ। ਹੁਣ ਇਹਦੀਆਂ ਉਦਾਹਰਨਾਂ ਨੇ, ਇਹ ਉਦਾਹਰਨਾਂ ਤੁਸੀਂ ਧਿਆਨ ਨਾਲ ਦੇਖੋ। ਇੱਕ ਵਚਨ ਤੋਂ ਅਸੀਂ ਕਿਵੇਂ ਬਹੁ ਵਚਨ ਬਣਾਉਣੇ ਆ। ਜਿਵੇਂ ਚੂਹਾ ਤੋਂ ਚੂਹੇ, ਮੁੰਡਾ, ਮੁੰਡੇ, ਪੱਤਾ, ਪੱਤੇ, ਚਰਖਾ, ਚਰਖੇ, ਮੰਜਾ, ਮੰਜੇ, ਬਾਬਾ, ਬਾਬੇ, ਕੀੜਾ, ਕੀੜੇ, ਤੋਤਾ, ਤੋਤੇ, ਰੱਸਾ, ਰੱਸੇ, ਘੋੜਾ, ਘੋੜੇ। ਤਾਂ ਇਹ ਬੱਚਿਓ ਸਾਰੀਆਂ ਜਿਹੜੀਆਂ ਅਸੀਂ ਉਦਾਹਰਨਾਂ ਦੀ ਗੱਲ ਕੀਤੀ ਹੈ, ਇਹਦੇ ਵਿੱਚ ਇੱਕ ਵਚਨ ਹੈ ਜਿਹੜਾ ਉਹਦੇ ਵਿੱਚ ਪੁਲਿੰਗ ਸ਼ਬਦਾਂ ਦੇ ਅੰਤ ਵਿੱਚ ਕੰਨਾ ਲੱਗਿਆ। ਜਦੋਂ ਅਸੀਂ ਉਹਦਾ ਬਹੁ ਵਚਨ ਬਣਾਤਾ ਤਾਂ ਉੱਥੇ ਕੰਨੇ ਦੀ ਥਾਂ ਤੇ ਲਾਂ ਲੱਗ ਗਈ ਤੇ ਉਹ ਬਹੁ ਵਚਨ ਬਣ ਗਿਆ। ਇਹ ਸਾਡਾ ਇੱਕ ਪਹਿਲਾ ਨਿਯਮ ਸੀ। ਇਸ ਤੋਂ ਬਾਅਦ ਅਸੀਂ ਦੂਜੇ ਨਿਯਮ ਬਾਰੇ ਗੱਲ ਕਰਦੇ ਹਾਂ ਕਿ ਦੂਜਾ ਨਿਯਮ ਕੀ ਹੈ। ਜਿਸ ਇੱਕ ਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਬਿਹਾਰੀ ਲੱਗੀ ਹੁੰਦੀ ਹੈ, ਉਸ ਸ਼ਬਦ ਦੇ ਅੰਤ ਵਿੱਚ ਆੜੇ ਨੂੰ ਕੰਨਾ, ਉੱਤੇ ਬਿੰਦੀ ਲਾ ਕੇ ਸ਼ਬਦ ਬਹੁ ਵਚਨ ਬਣਦਾ ਹੈ। ਭਾਵ ਜਿਹੜੇ ਸ਼ਬਦਾਂ ਦੇ ਵਿੱਚ ਵਿਸ਼ੇਸ਼ ਕਰਕੇ ਇਸਤਰੀ ਲਿੰਗ ਸ਼ਬਦਾਂ ਦੇ
ਅੰਤ ਵਿੱਚ ਬਿਹਾਰੀ ਲੱਗੀ ਹੁੰਦੀ ਹੈ। ਜੇ ਅਸੀਂ ਉਹਦਾ ਬਹੁਵਚਨ ਬਣਾਉਣਾ ਹੈ ਤਾਂ ਉਸ ਦੇ ਨਾਲ ਆੜੇ ਨੂੰ ਕੰਨਾ ਉੱਤੇ ਬਿੰਦੀ ਆ ਲੱਗੂਗਾ ਤੇ ਫੇਰ ਉਹ ਬਹੁਵਚਨ ਬਣੂਗਾ। ਇਹਦੀਆਂ ਕੁਝ ਉਦਾਹਰਨਾਂ ਨੇ ਤਾਂ ਉਹਨਾਂ ਵੱਲ ਧਿਆਨ ਦਿਓ। ਜਿਵੇਂ ਤੀਵੀਂ, ਤੀਵੀਆਂ, ਪੋਥੀ, ਪੋਥੀਆਂ, ਕਾਪੀ, ਕਾਪੀਆਂ, ਰੱਸੀ, ਰੱਸੀਆਂ, ਮੋਰਨੀ, ਮੋਰਨੀਆਂ, ਇਸਤਰੀ, ਇਸਤਰੀਆਂ, ਕਲੀ, ਕਲੀਆਂ, ਧੀ, ਧੀਆਂ, ਘੋੜੀ, ਘੋੜੀਆਂ, ਬੇਰੀ, ਬੇਰੀਆਂ। ਇਹ ਸਾਰੀਆਂ ਉਦਾਹਰਨਾਂ ਨੇ। ਜੇ ਅਸੀਂ ਧਿਆਨ ਨਾਲ ਇਹਨਾਂ ਨੂੰ ਦੇਖੀਏ ਤਾਂ ਇਹ ਸਾਰੇ ਦੇ ਸਾਰੇ ਇਸਤਰੀ ਲਿੰਗ ਸ਼ਬਦ ਹੈ, ਜਿਨ੍ਹਾਂ ਦੇ ਅੰਤ ਦੇ ਵਿੱਚ ਬਿਹਾਰੀ ਲੱਗੀ ਹੋਈ ਹੈ। ਤੇ ਜਦੋਂ ਅਸੀਂ ਉਹਨਾਂ ਦਾ ਬਹੁਵਚਨ ਬਣਾਉਣਾ ਹੈ ਤਾਂ ਅਸੀਂ ਪਿੱਛੇ ਆੜੇ ਨੂੰ ਕੰਨਾ ਤੇ ਉੱਤੇ ਬਿੰਦੀ ਲਾ ਕੇ ਬਹੁਵਚਨ ਬਣਾਉਣੇ। ਇਹ ਸਾਡਾ ਦੂਸਰਾ ਨਿਯਮ ਸੀ। ਹੁਣ ਅਸੀਂ ਬਹੁਵਚਨ ਬਣਾਉਣ ਦੇ ਤੀਸਰੇ ਨਿਯਮ ਬਾਰੇ ਗੱਲ ਕਰਦੇ ਹਾਂ। ਤੀਸਰਾ ਨਿਯਮ ਹੈ, ਜਿਸ ਇੱਕ ਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਕੰਨਾ ਜਾਂ ਕੰਨੇ ਉੱਤੇ ਬਿੰਦੀ ਹੋਵੇ, ਉਸ ਦਾ ਬਹੁਵਚਨ ਵਾਵੇ ਨੂੰ ਕੰਨਾ ਉੱਤੇ ਬਿੰਦੀ ਵਾਂ ਲਾ ਕੇ ਬਣਾਇਆ ਜਾਂਦਾ ਹੈ। ਜੇਕਰ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਕੰਨਾ ਹੋਵੇ ਤਾਂ ਵਾਂ ਵਾਵੇ ਨੂੰ ਕੰਨਾ ਉੱਤੇ ਬਿੰਦੀ ਲਾ ਕੇ ਬਹੁਵਚਨ ਬਣਦਾ। ਇਹਦੀਆਂ ਅੱਗੇ ਉਦਾਹਰਨਾਂ ਨੇ। ਤਾਂ ਇਹਦਾ ਕੀ ਅਰਥ ਹੈ ਬੱਚਿਓ, ਕਿ ਜਿਹੜਾ ਇੱਕ ਵਚਨ ਸ਼ਬਦ ਹੈ, ਜੇਕਰ ਉਹ ਇਸਤਰੀ ਲਿੰਗ ਹੈ ਤੇ ਉਸ ਦੇ ਅੰਤ ਦੇ ਵਿੱਚ ਕੰਨਾ ਜਾਂ ਕੰਨੇ ਉੱਤੇ ਬਿੰਦੀ ਲੱਗੀ ਹੈ, ਜਦੋਂ ਅਸੀਂ ਉਸ ਦਾ ਬਹੁਵਚਨ ਬਣਾਉਣਾ ਹੈ ਤਾਂ ਉਹ ਵਾਵੇ ਨੂੰ ਕੰਨਾ ਉੱਤੇ ਬਿੰਦੀ ਵਾਂ ਲਾ ਕੇ ਬਣਦਾ ਹੈ। ਇਹਦੀਆਂ ਅਸੀਂ ਕੁਝ ਉਦਾਹਰਨਾਂ ਦੇਖਦੇ ਹਾਂ ਤੇ ਉਦਾਹਰਨਾਂ ਤੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਹਿਲੀ ਉਦਾਹਰਨ ਹੈ ਮਾਂ। ਉਸ ਦਾ ਬਹੁਵਚਨ ਜਦੋਂ ਅਸੀਂ ਬਣਾਉਨੇ ਆ ਤਾਂ ਉਹ ਬਣ ਗਿਆ ਮਾਵਾਂ, ਲਾਂ, ਲਾਵਾਂ, ਗਾਂ, ਗਾਵਾਂ, ਛਾਂ, ਛਾਵਾਂ, ਦੁਰਘਟਨਾ, ਦੁਰਘਟਨਾਵਾਂ, ਸਭਾ, ਸਭਾਵਾਂ, ਕਵਿਤਾ, ਕਵਿਤਾਵਾਂ, ਭਰਾ, ਭਰਾਵਾਂ, ਦਰਿਆ, ਦਰਿਆਵਾਂ, ਹਵਾ, ਹਵਾਵਾਂ। ਤਾਂ ਇਹ ਸਾਰੇ ਦੇ ਸਾਰੇ ਇੱਕ ਵਚਨ ਹੈ ਜਿਹੜੇ ਉਹ ਇਸਤਰੀ ਲਿੰਗ ਸ਼ਬਦ ਸੀ ਤੇ ਉਹਨਾਂ ਦੇ ਅੰਤ ਵਿੱਚ ਕੰਨਾ ਜਾਂ ਕੰਨੇ ਦੇ ਉੱਤੇ ਬਿੰਦੀ ਸੀ। ਜਦੋਂ ਅਸੀਂ ਉਹਨਾਂ ਦੇ ਬਹੁਵਚਨ ਬਣਾਏ ਤਾਂ ਨਾਲ ਅਸੀਂ ਵਾਵੇ ਨੂੰ ਕੰਨਾ ਉੱਤੇ ਬਿੰਦੀ ਵਾਂ ਲਾ ਕੇ ਬਹੁਵਚਨ ਬਣਾਏ। ਇਹ ਸਾਡਾ ਤੀਸਰਾ ਮਹੱਤਵਪੂਰਨ ਨਿਯਮ ਸੀ। ਉਸ ਤੋਂ ਬਾਅਦ ਚੌਥਾ ਮਹੱਤਵਪੂਰਨ ਨਿਯਮ ਹੈ ਜਿਹੜਾ ਬਹੁਵਚਨ ਬਣਾਉਣ ਦਾ, ਉਹ ਇਹ ਹੈ ਕਿ ਜਿਸ ਇੱਕ ਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਮੁਕਤਾ ਅੱਖਰ ਹੋਵੇ, ਉਸ ਦਾ ਬਹੁਵਚਨ ਰੂਪ ਕੰਨੇ ਉੱਤੇ ਬਿੰਦੀ ਲਾ ਕੇ ਬਣਾਇਆ ਜਾਂਦਾ ਹੈ। ਤਾਂ ਇਸਤਰੀ ਲਿੰਗ ਸ਼ਬਦ ਹੈ ਜਿਹੜਾ, ਜੇ ਉਹਦੇ ਅੰਤ ਦੇ ਵਿੱਚ ਮੁਕਤਾ ਅੱਖਰ ਭਾਵ ਉਸ ਦੇ ਨਾਲ ਕੋਈ ਲਗ ਕੋਈ ਮਾਤਰਾ ਨਹੀਂ ਲੱਗੀ, ਤਾਂ ਉਹਦਾ ਜਦੋਂ ਅਸੀਂ ਬਹੁਵਚਨ ਬਣਾਉਣਾ ਹੈ ਤਾਂ ਅਖੀਰ ਤੇ ਅਸੀਂ ਕੰਨੇ ਦੇ ਉੱਤੇ ਬਿੰਦੀ ਲਾ ਦਿੰਨੇ ਆ ਤੇ ਫੇਰ ਬਹੁਵਚਨ ਬਣਾਉਣੇ ਆ। ਇਹਦੀਆਂ ਕੁਝ ਉਦਾਹਰਨਾਂ ਨੇ, ਜਿਵੇਂ ਗੇਂਦ, ਗੇਂਦਾਂ, ਇੱਟ, ਇੱਟਾਂ, ਸਲੇਟ, ਸਲੇਟਾਂ, ਭੈਣ, ਭੈਣਾਂ, ਕਬੂਤਰ, ਕਬੂਤਰਾਂ, ਪੁਸਤਕ, ਪੁਸਤਕਾਂ, ਪੰਜਾਬਣ, ਪੰਜਾਬਣਾਂ, ਸ਼ੇਰ, ਸ਼ੇਰਾਂ, ਇੱਲ, ਇੱਲਾਂ, ਸ਼ਹਿਰ, ਸ਼ਹਿਰਾਂ। ਤਾਂ ਹੁਣ ਇਹਨਾਂ ਸਾਰੀਆਂ ਉਦਾਹਰਨਾਂ ਦੇ ਵਿੱਚ ਅਸੀਂ ਦੇਖਦੇ ਹਾਂ
ਕਿ ਇੱਕ ਵਚਨ ਸ਼ਬਦ ਇਸਤਰੀ ਲਿੰਗ ਹੈ ਤੇ ਇਹਨਾਂ ਸ਼ਬਦਾਂ ਦੇ ਅੰਤ ਵਿੱਚ ਮੁਕਤਾ ਅੱਖਰ ਆਉਂਦਾ ਹੈ। ਇਸ ਲਈ ਜਦੋਂ ਅਸੀਂ ਇਹਨਾਂ ਦਾ ਬਹੁਵਚਨ ਬਣਾਉਣੇ ਹੈ ਤਾਂ ਫਿਰ ਕੰਨੇ ਦੇ ਉੱਤੇ ਬਿੰਦੀ ਲਾ ਕੇ ਬੰਦ ਹੈ। ਤਾਂ ਇਹ ਸਾਡਾ ਅਗਲਾ ਨਿਯਮ ਸੀ ਬੱਚਿਓ। ਉਸ ਤੋਂ ਅੱਗੇ ਸਾਡਾ 5ਵਾਂ ਨਿਯਮ ਹੈ, ਜਿਸ ਇੱਕ ਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਦੁਲਾਵਾਂ, ਔਂਕੜ, ਦੁਲੈਂਕੜ ਜਾਂ ਹੋੜਾ ਹੋਵੇ, ਉਸ ਦਾ ਬਹੁਵਚਨ ਰੂਪ ਅੰਤ ਵਿੱਚ ਆ ਯਾਨੀ ਕਿ ਆੜੇ ਨੂੰ ਕੰਨਾ ਉੱਤੇ ਬਿੰਦੀ ਲਾ ਕੇ ਬਣਾਇਆ ਜਾਂਦਾ ਹੈ। ਤਾਂ ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਜਿਸ ਇੱਕ ਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਦੁਲਾਵਾਂ, ਔਂਕੜ, ਦੁਲੈਂਕੜ ਤੇ ਹੋੜਾ ਇਹ ਹੋਣਗੇ ਤਾਂ ਜਦੋਂ ਅਸੀਂ ਉਹਨਾਂ ਦਾ ਬਹੁਵਚਨ ਬਣਾਉਣੇ ਹੈ ਤਾਂ ਉਹ ਅੰਤ ਵਿੱਚ ਆੜੇ ਨੂੰ ਕੰਨਾ ਉੱਤੇ ਬਿੰਦੀ ਆ ਲਾ ਕੇ ਬਣਾਇਆ ਜਾਂਦਾ ਹੈ। ਤਾਂ ਹੇਠਾਂ ਅਸੀਂ ਇਸ ਦੀਆਂ ਕੁਝ ਉਦਾਹਰਨਾਂ ਦੀ ਗੱਲ ਕਰਦੇ ਹਾਂ, ਜਿਸ ਤੋਂ ਤੁਹਾਨੂੰ ਇਹ ਨਿਯਮ ਵਧੇਰੇ ਸਪਸ਼ਟ ਹੋਵੇਗਾ। ਇਹ ਉਦਾਹਰਨਾਂ ਨੇ ਸ਼ੈ, ਸ਼ੈਆਂ, ਲੈ, ਲੈਆਂ, ਸਹੁੰ, ਸਹੁੰਆਂ, ਜੂੰ, ਜੂਆਂ, ਵਸਤੂ, ਵਸਤੂਆਂ, ਸੋ, ਸੋਆਂ, ਖੁਸ਼ਬੂ, ਖੁਸ਼ਬੂਆਂ, ਬਹੂ, ਬਹੂਆਂ, ਕੰਸੋ, ਕੰਸੋਆਂ, ਗਊ, ਗਊਆਂ। ਤਾਂ ਇਹ ਸਾਰੀਆਂ ਦੀਆਂ ਸਾਰੀਆਂ ਉਦਾਹਰਨਾਂ ਨੇ ਜਿਹੜੀਆਂ ਉਹ ਇਸਤਰੀ ਲਿੰਗ ਸ਼ਬਦ ਹੈ ਜਿਹੜਾ ਉਹਦੇ ਅੰਤ ਦੇ ਵਿੱਚ ਦੁਲਾਵਾਂ, ਔਂਕੜ, ਦੁਲੈਂਕੜ ਜਾਂ ਹੋੜਾ ਸੀ। ਤਾਂ ਇਸ ਲਈ ਜਦੋਂ ਅਸੀਂ ਉਹਦਾ ਬਹੁਵਚਨ ਬਣਾਇਆ ਤਾਂ ਉਹਦੇ ਅਖੀਰ ਤੇ ਅਸੀਂ ਆੜੇ ਨੂੰ ਕੰਨਾ ਉੱਤੇ ਬਿੰਦੀ ਆ ਲਾ ਕੇ ਬਣਾਇਆ। ਬੱਚਿਓ, ਇਸੇ ਤਰ੍ਹਾਂ ਪੰਜਾਬੀ ਦੇ ਵਿੱਚ ਕੁਝ ਆਦਰ ਸੂਚਕ ਸ਼ਬਦ ਹੈ ਜਿਹੜੇ ਉਹ ਬਹੁਵਚਨ ਰੂਪ ਵਿੱਚ ਇੱਕ ਵਚਨ ਲਈ ਵਰਤੇ ਜਾਂਦੇ ਹੈ। ਉਹ ਕਿਸ ਤਰ੍ਹਾਂ? ਇਹਦੀਆਂ ਕੁਝ ਉਦਾਹਰਨਾਂ ਨੇ, ਜਿਵੇਂ ਤੂੰ ਨੂੰ ਤੁਸੀਂ, ਤੇਰਾ ਤੁਹਾਡਾ, ਮੈਂ ਅਸੀਂ, ਉਹ ਉਹਨਾਂ। ਤਾਂ ਇਹ ਬਹੁਵਚਨ ਨੇ ਬੇਸ਼ੱਕ, ਪਰ ਜਦੋਂ ਕਿਸੇ ਨੂੰ ਆਦਰ ਜਾਂ ਸਤਿਕਾਰ ਦੇਣਾ ਹੋਵੇ ਤਾਂ ਉਦੋਂ ਇਹ ਇੱਕ ਵਚਨ ਦੇ ਰੂਪ ਦੇ ਵਿੱਚ ਵੀ ਵਰਤੇ ਜਾਂਦੇ ਆ। ਵਚਨ ਦੇ ਬਦਲਣ ਨਾਲ ਵਾਕ ਵਿਚਲੇ ਨਾਮ, ਵਿਸ਼ੇਸ਼ਣ ਅਤੇ ਕਿਰਿਆ ਸ਼ਬਦਾਂ ਦਾ ਰੂਪ ਵੀ ਬਦਲਦਾ ਹੈ। ਇਹਦਾ ਕੀ ਭਾਵ ਹੈ ਕਿ ਜੇਕਰ ਅਸੀਂ ਇੱਕ ਵਾਕ ਦੇ ਵਿੱਚ ਵਚਨ ਬਦਲਣ ਲੱਗਦੇ ਹਾਂ ਤਾਂ ਇਹ ਨਹੀਂ ਕਿ ਉਹਦਾ ਇੱਕ ਅੱਖਰ ਹੈ ਜਿਹੜਾ ਸਿਰਫ ਉਹਦਾ ਰੂਪ ਹੀ ਬਦਲਿਆ ਜਾਂਦਾ ਹੈ। ਨਹੀਂ, ਇਹਦੇ ਨਾਲ ਨਾਲ ਵਾਕ ਵਿੱਚ ਨਾਮ, ਵਿਸ਼ੇਸ਼ਣ ਤੇ ਕਿਰਿਆ ਸ਼ਬਦ ਹੈ ਜਿਹੜੇ ਉਹਨਾਂ ਦਾ ਰੂਪ ਵੀ ਬਦਲਿਆ ਜਾਂਦਾ ਹੈ। ਤਾਂ ਇਹ ਸਾਰਾ ਰੂਪ ਬਦਲ ਕੇ ਵਾਕ ਦੇ ਵਿੱਚ ਅਸੀਂ ਬਹੁਵਚਨ ਬਣਾਉਣੇ ਹੈ। ਉਹ ਕਿਸ ਤਰ੍ਹਾਂ? ਇਹਦੀਆਂ ਕੁਝ ਉਦਾਹਰਨਾਂ ਨੇ, ਜਿਵੇਂ ਚਿੱਟਾ ਘੋੜਾ ਦੌੜਦਾ ਹੈ। ਇਹ ਇੱਕ ਵਾਕ ਹੈ। ਜਦੋਂ ਅਸੀਂ ਇਸ ਵਾਕ ਦੇ ਵਿਚਲੇ ਸ਼ਬਦ ਹੈ ਜਿਹੜੇ ਉਹਨਾਂ ਦੇ ਬਹੁਵਚਨ ਬਣਾਉਣੇ ਹੈ ਤਾਂ ਉਹ ਇਸ ਤਰ੍ਹਾਂ ਨਾਲ ਬਣਾਵਾਂਗੇ, ਚਿੱਟੇ ਘੋੜੇ ਦੌੜਦੇ ਹਨ। ਤਾਂ ਬੱਚਿਓ, ਚਿੱਟਾ ਤੋਂ ਚਿੱਟੇ, ਘੋੜਾ ਤੋਂ ਘੋੜੇ, ਦੌੜਦਾ ਤੋਂ ਦੌੜਦੇ ਤੇ ਹੈ ਤੋਂ ਹਨ। ਤਾਂ ਇਸ ਤਰ੍ਹਾਂ ਵਚਨ ਬਦਲਣ ਦੇ ਨਾਲ ਵਾਕ ਵਿਚਲੇ ਨਾਮ, ਵਿਸ਼ੇਸ਼ਣ ਤੇ ਕਿਰਿਆ ਸ਼ਬਦਾਂ ਦਾ ਰੂਪ ਹੈ ਜਿਹੜਾ ਉਹ ਵੀ ਬਦਲ ਗਿਆ। ਇਸੇ ਤਰ੍ਹਾਂ ਅਸੀਂ ਇੱਕ ਹੋਰ ਉਦਾਹਰਨ ਦੇਖਦੇ ਹਾਂ, ਜਿਵੇਂ ਉੱਚੀ ਇਮਾਰਤ ਦੂਰੋਂ ਦਿਸਦੀ ਹੈ। ਇਹ ਇੱਕ ਵਾਕ ਹੈ। ਜਦੋਂ ਅਸੀਂ ਬਹੁਵਚਨ ਬਣਾਉਣਾ ਹੈ ਤਾਂ ਅਸੀਂ ਬਹੁਵਚਨ ਇਸ ਤਰ੍ਹਾਂ ਨਾਲ ਬਣਾਵਾਂਗੇ, ਉੱਚੀਆਂ ਇਮਾਰਤਾਂ ਦੂਰੋਂ ਦਿਸਦੀਆਂ ਹਨ। ਤਾਂ ਇਹਦੇ ਵਿੱਚ ਵੀ ਉੱਚੀ ਤੋਂ ਉੱਚੀਆਂ, ਇਮਾਰਤ ਤੋਂ ਇਮਾਰਤਾਂ, ਦੂਰੋਂ ਸ਼ਬਦ ਉਸੇ ਤਰ੍ਹਾਂ ਰਿਹਾ, ਦਿਸਦੀ ਤੋਂ ਦਿਸਦੀਆਂ ਤੇ ਹੈ ਤੋਂ ਹਨ। ਇਹ ਤੁਹਾਨੂੰ ਤਾਂ ਤੁਸੀਂ ਇਸ ਤਰ੍ਹਾਂ ਨਾਲ ਵਾਕ ਦੇ ਵਿੱਚ ਵਚਨ ਸਹੀ ਤਰ੍ਹਾਂ ਨਾਲ ਬਦਲਣ ਦੇ ਯੋਗ ਹੋਵੋਗੇ ਜੇ ਤੁਸੀਂ ਵੱਧ ਤੋਂ ਵੱਧ ਅਭਿਆਸ ਕਰੋਗੇ।
ਵੱਧ ਤੋਂ ਵੱਧ ਅਭਿਆਸ ਕਰਨ ਨਾਲ ਸਾਨੂੰ ਆਪਣੇ ਆਪ ਹੀ ਪਤਾ ਲੱਗਣ ਲੱਗ ਜਾਂਦਾ ਹੈ ਕਿ ਇਹਦੇ ਵਿੱਚ ਕਿਹੜੇ-ਕਿਹੜੇ ਸ਼ਬਦ ਹੈ ਜਿਨ੍ਹਾਂ ਦੇ ਵਚਨ ਬਦਲੇ ਜਾਣਗੇ। ਨਾਮ ਦਾ, ਵਿਸ਼ੇਸ਼ਣ ਦਾ, ਕਿਰਿਆ ਦਾ ਜਾਂ ਕਿਸੇ ਹੋਰ ਸ਼ਬਦ ਦਾ ਵਚਨ ਹੈ ਜਿਹੜਾ ਉਹ ਵੀ ਬਦਲਿਆ ਜਾਊਗਾ, ਕਿਉਂਕਿ ਇਹ ਗੱਲ ਯਾਦ ਰੱਖਣ ਵਾਲੀ ਹੈ। ਜਿਸ ਤਰ੍ਹਾਂ ਅਸੀਂ ਸ਼ਬਦਾਂ ਦੇ ਇੱਕ ਵਚਨ ਤੋਂ ਬਹੁਵਚਨ ਬਣਾਉਣੇ ਹੈ, ਉਸੇ ਤਰ੍ਹਾਂ ਜਦੋਂ ਉਹ ਵਾਕ ਰੂਪ ਦੇ ਵਿੱਚ ਸਾਨੂੰ ਪੇਪਰ ਦੇ ਵਿੱਚ ਪੁੱਛੇ ਜਾਂਦੇ ਆ ਜਾਂ ਜਮਾਤ ਦੇ ਵਿੱਚ ਪੁੱਛਿਆ ਜਾਂਦਾ ਸਾਡੇ ਤੋਂ, ਤਾਂ ਅਸੀਂ ਸਿਰਫ ਇੱਕ ਸ਼ਬਦ ਦਾ ਬਹੁਵਚਨ ਨਹੀਂ ਬਣਾਉਣਾ। ਜੇ ਅਸੀਂ ਕੋਸ਼ਿਸ਼ ਵੀ ਕਰੀਏ ਤਾਂ ਉਹ ਸਾਡਾ ਵਾਕ ਹੈ ਜਿਹੜਾ ਉਹ ਵਿਆਕਰਨਿਕ ਤੌਰ ਤੇ ਗਲਤ ਹੋਵੇਗਾ, ਉਹ ਸਹੀ ਨਹੀਂ ਹੋਵੇਗਾ। ਜਿਵੇਂ ਚਿੱਟਾ ਘੋੜਾ ਦੌੜਦਾ ਹੈ, ਜੇ ਅਸੀਂ ਸਿਰਫ ਇੱਕ ਸ਼ਬਦ ਦਾ ਹੀ ਸੋਚੀਏ ਕਿ ਅਸੀਂ ਬਹੁਵਚਨ ਬਣਾਉਣਾ ਹੈ ਤਾਂ ਚਿੱਟੇ ਤੋਂ ਸਿਰਫ ਅਸੀਂ ਚਿੱਟੇ ਕਰਤਾ, ਚਿੱਟੇ ਘੋੜਾ ਦੌੜਦਾ ਹੈ, ਵਾਕ ਹੈ ਜਿਹੜਾ ਉਸ ਦਾ ਸਹੀ ਅਰਥ ਨਹੀਂ ਨਿਕਲਦਾ। ਜਾਂ ਅਸੀਂ ਚਿੱਟੇ ਨੂੰ ਉਸੇ ਤਰ੍ਹਾਂ ਰਹਿਣ ਤਾਂ ਘੋੜਾ ਸ਼ਬਦ ਦਾ ਜਿਹੜਾ ਵਚਨ ਹੈ ਉਹ ਬਦਲਤਾ, ਅਸੀਂ ਬਣਾਤਾ ਚਿੱਟਾ ਘੋੜੇ ਦੌੜਦਾ ਹੈ, ਤਾਂ ਇਹੀ ਵਾਕ ਹੈ ਜਿਹੜਾ ਇਹ ਵਾਕ ਵੀ ਸਹੀ ਨਹੀਂ। ਤਾਂ ਇਹ ਸਾਡੀ ਆਪਣੀ ਸਮਝ ਵੀ ਹੁੰਦੀ ਹੈ ਕਿ ਸਾਨੂੰ ਭਾਸ਼ਾ ਦੀ ਕਿੰਨੀ ਕੁ ਸਮਝ ਹੈ, ਉਹਦੇ ਨਾਲ ਨਾਲ ਇਹ ਸਾਰੇ ਵਿਆਕਰਨਿਕ ਨਿਯਮ ਹੈ ਜਿਹੜੇ ਉਹਨਾਂ ਬਾਰੇ ਅਸੀਂ ਕਿੰਨਾ ਕੁ ਅਭਿਆਸ ਕੀਤਾ ਹੈ, ਉਹਨਾਂ ਬਾਰੇ ਅਸੀਂ ਕਿੰਨਾ ਕੁ ਅਭਿਆਸ ਕਰਕੇ ਗ੍ਰਹਿਣ ਕੀਤਾ ਹੈ, ਤਾਂ ਫਿਰ ਸਾਡੇ ਲਈ ਇਹ ਪਾਠ ਹੈ ਜਿਹੜਾ ਕੋਈ ਮੁਸ਼ਕਲ ਨਹੀਂ। ਅਸੀਂ ਬਹੁਤ ਹੀ ਆਸਾਨੀ ਦੇ ਨਾਲ ਸ਼ਬਦਾਂ ਦੇ ਵਿੱਚ ਵੀ ਤੇ ਵਾਕਾਂ ਦੇ ਵਿੱਚ ਵੀ ਵਚਨ ਹੈ ਜਿਹੜੇ ਉਹ ਬਦਲ ਸਕਦੇ ਹਾਂ। ਪਰ ਨਿਪੁੰਨਤਾ ਬੱਚਿਓ ਉਦੋਂ ਹੀ ਆਉਂਦੀ ਹੈ ਜਦੋਂ ਅਸੀਂ ਬਾਰ-ਬਾਰ ਅਭਿਆਸ ਕਰਦੇ ਹਾਂ। ਤਾਂ ਕੋਈ ਵੀ ਪਾਠ ਭਾਵੇਂ ਔਖਾ ਹੋਵੇ ਭਾਵੇਂ ਸੌਖਾ ਹੋਵੇ, ਉਹਦਾ ਅਭਿਆਸ ਕਰਨਾ ਬਹੁਤ ਹੀ ਜ਼ਰੂਰੀ ਹੈ। ਤਾਂ ਹੁਣ ਇਸ ਪਾਠ ਦੇ ਅਖੀਰ ਤੇ ਅਭਿਆਸ ਦੇ ਕੁਝ ਪ੍ਰਸ਼ਨ ਨੇ, ਉਹਨਾਂ ਪ੍ਰਸ਼ਨਾਂ ਦੇ ਬਾਰੇ ਹੁਣ ਅਸੀਂ ਗੱਲ ਕਰਦੇ ਹਾਂ। ਇਹਦੇ ਵਿੱਚ ਸਭ ਤੋਂ ਪਹਿਲਾ ਪ੍ਰਸ਼ਨ ਹੈ, ਵਚਨ ਕਿਸ ਨੂੰ ਆਖਦੇ ਹਨ? ਤਾਂ ਇਸ ਪ੍ਰਸ਼ਨ ਦਾ ਉੱਤਰ ਅਸੀਂ ਸਭ ਤੋਂ ਪਹਿਲਾਂ ਜਦੋਂ ਇਹ ਪਾਠ ਸ਼ੁਰੂ ਕੀਤਾ ਉਦੋਂ ਹੀ ਗੱਲ ਕੀਤੀ ਸੀ ਕਿ ਸ਼ਬਦ ਦੇ ਜਿਸ ਰੂਪ ਤੋਂ ਕਿਸੇ ਜੀਵ, ਵਸਤੂ, ਸਥਾਨ ਆਦਿ ਦੀ ਗਿਣਤੀ ਵਿੱਚ ਇੱਕ ਜਾਂ ਇੱਕ ਤੋਂ ਵੱਧ ਹੋਣ ਦੇ ਫਰਕ ਦਾ ਪਤਾ ਲੱਗੇ, ਉਸ ਨੂੰ ਵਚਨ ਆਖਦੇ ਹਨ। ਭਾਵ ਜਦੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਗਿਣਤੀ ਇੱਕ ਹੈ ਜਾਂ ਜ਼ਿਆਦਾ ਹੈ ਤਾਂ ਉਹ ਵਚਨ ਹੈ। ਬੱਚਿਓ, ਦੂਸਰਾ ਪ੍ਰਸ਼ਨ ਹੈ, ਪੰਜਾਬੀ ਵਿੱਚ ਵਚਨ ਕਿਹੜੇ-ਕਿਹੜੇ ਹਨ? ਉਦਾਹਰਨਾਂ ਸਹਿਤ ਦੱਸੋ। ਜਦੋਂ ਵੀ ਅਸੀਂ ਪ੍ਰੀਖਿਆ ਦੇ ਵਿੱਚ ਕੋਈ ਵੀ ਸਵਾਲ ਹੱਲ ਕਰਨਾ ਹੈ, ਉਸ ਸਵਾਲ ਨੂੰ ਧਿਆਨ ਦੇ ਨਾਲ ਪੜ੍ਹਨਾ ਹੈ, ਇਹ ਬਹੁਤ ਜ਼ਰੂਰੀ ਹੈ। ਹੁਣ ਦੇਖੋ, ਇਸ ਸਵਾਲ ਦੇ ਵਿੱਚ ਦੋ ਸਵਾਲ ਨੇ ਕਿ ਪੰਜਾਬੀ ਵਿੱਚ ਵਚਨ ਕਿਹੜੇ-ਕਿਹੜੇ ਹਨ ਤੇ ਦੂਸਰਾ ਹੈ ਉਦਾਹਰਨਾਂ ਸਹਿਤ ਦੱਸੋ। ਭਾਵ ਵਚਨ ਦੱਸਣ ਦੇ ਨਾਲ ਨਾਲ ਅਸੀਂ ਉਦਾਹਰਨਾਂ ਵੀ ਦੱਸਣੀਆਂ। ਤਾਂ ਇਹਦਾ ਉੱਤਰ ਹੈ ਜਿਹੜਾ ਉਹ ਹੋਵੇਗਾ ਕਿ ਪੰਜਾਬੀ ਵਿੱਚ ਵਚਨ ਦੋ ਪ੍ਰਕਾਰ ਦੇ ਹਨ, ਇੱਕ ਵਚਨ, ਬਹੁਵਚਨ। ਅੱਗੇ ਅਸੀਂ ਆਪਣੀ ਸਮਝ ਦੇ ਅਨੁਸਾਰ ਇਹਨਾਂ ਦੀ ਪਰਿਭਾਸ਼ਾ ਹੈ ਜਿਹੜੀ ਉਹ ਵੀ ਦੱਸ ਸਕਦੇ ਹਾਂ। ਸ਼ਬਦ ਦੇ ਜਿਸ ਰੂਪ ਤੋਂ ਕਿਸੇ ਇੱਕ ਜੀਵ, ਵਸਤੂ, ਸਥਾਨ ਆਦਿ ਦਾ ਪਤਾ ਲੱਗੇ, ਉਸ ਨੂੰ ਇੱਕ ਵਚਨ ਕਿਹਾ ਜਾਂਦਾ ਹੈ। ਅੱਗੇ ਇਸ ਦੀਆਂ ਉਦਾਹਰਨਾਂ ਨੇ, ਜਿਵੇਂ ਕੁੜੀ, ਕਿਤਾਬ, ਸ਼੍ਰੇਣੀ ਆਦਿ। ਉਸੇ ਤਰ੍ਹਾਂ ਬਹੁਵਚਨ ਸ਼ਬਦ ਦੇ ਜਿਸ ਰੂਪ ਤੋਂ ਇੱਕ ਤੋਂ ਵੱਧ ਜੀਵਾਂ, ਵਸਤੂਆਂ, ਸਥਾਨਾਂ ਆਦਿ ਦਾ ਗਿਆਨ ਹੋਵੇ, ਉਸ ਨੂੰ ਬਹੁਵਚਨ ਆਖਦੇ ਹਨ, ਜਿਵੇਂ ਕੁੜੀਆਂ, ਕਿਤਾਬਾਂ, ਜਮਾਤਾਂ ਆਦਿ। ਤਾਂ ਬੱਚਿਓ, ਜਦੋਂ ਵੀ ਅਸੀਂ ਕਿਸੇ ਸਵਾਲ ਦਾ ਉੱਤਰ ਦੇਣਾ ਹੈ ਪ੍ਰੀਖਿਆ ਦੇ ਵਿੱਚ, ਅਸੀਂ ਨਾਲ ਦਿੱਤੀ ਉਸਦੇ ਅੰਕ ਵੰਡ ਹੈ ਜਿਹੜੀ ਉਹ ਜ਼ਰੂਰ ਵੇਖ ਲੈਣੀ ਹੈ ਕਿ ਜੇਕਰ ਸਵਾਲ ਹੈ ਜਿਹੜਾ ਉਹ ਘੱਟ ਨੰਬਰਾਂ ਦਾ ਹੈ, ਘੱਟ ਅੰਕਾਂ ਦਾ ਹੈ, ਤਾਂ ਅਸੀਂ ਪੰਜਾਬੀ ਦੇ ਵਿੱਚ ਵਚਨ, ਇੱਕ ਵਚਨ ਤੇ ਬਹੁਵਚਨ ਵੀ ਦੱਸ ਸਕਦੇ ਹਾਂ, ਫਿਰ ਇਹਦੀਆਂ ਉਦਾਹਰਨਾਂ ਦੇ ਸਕਦੇ ਹਾਂ। ਜੇਕਰ ਜ਼ਿਆਦਾ ਨੰਬਰ ਦਾ ਪ੍ਰਸ਼ਨ ਹੈ ਤਾਂ ਫਿਰ ਅਸੀਂ ਇਹਨਾਂ ਦੀਆਂ ਦੋਨਾਂ ਦੀਆਂ ਪਰਿਭਾਸ਼ਾਵਾਂ ਦੇਵਾਂਗੇ, ਪਰਿਭਾਸ਼ਾ ਦੇ ਕੇ ਫਿਰ ਨਾਲ ਉਦਾਹਰਨਾਂ ਦੇਵਾਂਗੇ।
ਤੀਸਰਾ ਪ੍ਰਸ਼ਨ ਹੈ ਬੱਚਿਓ, ਹੇਠ ਲਿਖੇ ਸ਼ਬਦਾਂ ਦੇ ਬਹੁਵਚਨ ਬਣਾਓ। ਸ਼ਬਦ ਦਿੱਤੇ ਹੋਏ ਨੇ ਸਾਨੂੰ, ਉਹਨਾਂ ਦੇ ਅਸੀਂ ਬਹੁਵਚਨ ਬਣਾਉਣੇ ਹੈ। ਤਾਂ ਇਹ ਤੁਹਾਡੇ ਲਈ ਬਹੁਤ ਹੀ ਸੌਖਾ ਸਵਾਲ ਹੈ, ਜਿਸ ਦੇ ਬਹੁਵਚਨ ਤੁਸੀਂ ਆਪਣੇ ਆਪ ਬਣਾ ਸਕਦੇ ਹੋ। ਇਹ ਸ਼ਬਦ ਨੇ ਘੋੜਾ, ਤਾਂ ਘੋੜੇ ਦਾ ਬਹੁਵਚਨ ਅਸੀਂ ਬਣਾਵਾਂਗੇ ਘੋੜੇ। ਮੇਜ਼, ਮੇਜ਼ ਸ਼ਬਦ ਹੈ ਜਿਹੜਾ, ਇਹ ਜਦੋਂ ਵੀ ਅਸੀਂ ਬਹੁਵਚਨ ਬਣਾਉਣੇ ਹੈ, ਅਸੀਂ ਇਹਨਾਂ ਦੇ ਜਿਹੜੇ ਨਿਯਮ ਹੈ ਉਹ ਯਾਦ ਰੱਖਣੇ ਹੈ। ਜੇ ਅਸੀਂ ਨਿਯਮ ਯਾਦ ਰੱਖਾਂਗੇ ਤਾਂ ਫਿਰ ਅਸੀਂ ਬਹੁਵਚਨ ਬਣਾਉਂਦੇ ਹੋਏ ਕੋਈ ਵੀ ਕਿਸੇ ਵੀ ਕਿਸਮ ਦੀ ਗਲਤੀ ਹੈ ਜਿਹੜੀ ਉਹ ਨਹੀਂ ਕਰਾਂਗੇ। ਮੇਜ਼ ਤੋਂ ਬਣ ਗਿਆ ਮੇਜ਼ਾਂ, ਧੀ, ਧੀਆਂ, ਛਾਂ, ਛਾਵਾਂ, ਵਸਤੂ, ਵਸਤੂਆਂ, ਕਵਿਤਾ, ਕਵਿਤਾਵਾਂ, ਲੇਖ, ਲੇਖਾਂ, ਹਵਾ, ਹਵਾਵਾਂ, ਕੋਠੀ, ਕੋਠੀਆਂ, ਬੋਰੀ, ਬੋਰੀਆਂ, ਕਿਰਿਆ, ਕਿਰਿਆਵਾਂ, ਘਰ, ਘਰਾਂ। ਚੌਥਾ ਪ੍ਰਸ਼ਨ ਹੈ ਬੱਚਿਓ, ਹੇਠ ਲਿਖੇ ਵਾਕਾਂ ਵਿਚਲੇ ਨਾਮ ਸ਼ਬਦਾਂ ਦੇ ਵਚਨ ਬਦਲ ਕੇ ਵਾਕ ਨੂੰ ਦੁਬਾਰਾ ਲਿਖੋ। ਭਾਵ ਕੁਝ ਵਾਕ ਦਿੱਤੇ ਹੋਏ ਨੇ, ਉਹਨਾਂ ਵਾਕਾਂ ਦੇ ਵਿੱਚ ਅਸੀਂ ਨਾਮ ਸ਼ਬਦਾਂ ਦੀ ਚੋਣ ਕਰਨੀ ਹੈ ਤੇ ਫਿਰ ਉਹਨਾਂ ਦੇ ਵਚਨ ਬਦਲਨੇ ਨੇ। ਵਚਨ ਬਦਲ ਕੇ ਅਸੀਂ ਵਾਕ ਨੂੰ ਦੁਬਾਰਾ ਲਿਖਣਾ ਹੈ। ਤਾਂ ਇਹਦੇ ਲਈ ਸਾਨੂੰ ਨਾਮ ਸ਼ਬਦਾਂ ਦੀ ਪਹਿਚਾਣ ਹੋਣੀ ਬਹੁਤ ਜ਼ਰੂਰੀ ਹੈ। ਅਸੀਂ ਵਾਕ ਦੇ ਵਿੱਚ ਨਾਮ ਸ਼ਬਦ ਦੀ ਪਹਿਚਾਣ ਕਰਕੇ ਉਹਦੇ ਵਚਨ ਬਦਲ ਕੇ ਫਿਰ ਸਾਰੇ ਵਾਕ ਨੂੰ ਦੁਬਾਰਾ ਲਿਖਣਾ ਹੈ। ਤਾਂ ਜਦੋਂ ਅਸੀਂ ਨਾਮ ਸ਼ਬਦਾਂ ਦੇ ਵਚਨ ਬਦਲਾਂਗੇ ਤਾਂ ਵਾਕ ਦੇ ਵਿੱਚ ਕਈ ਹੋਰ ਸ਼ਬਦ ਨੇ ਜਿਨ੍ਹਾਂ ਦੇ ਰੂਪ ਬਦਲੇ ਜਾਣਗੇ, ਕਿਉਂਕਿ ਅੱਗੇ ਨਾਮ ਸ਼ਬਦ ਹੈ ਜਿਹੜਾ ਉਹਦਾ ਵਚਨ ਬਦਲ ਗਿਆ ਤਾਂ ਉਹਦਾ ਪ੍ਰਭਾਵ ਪਿੱਛੇ ਕਿਰਿਆ ਰੂਪਾਂ ਤੇ ਜਾਂ ਵਿਸ਼ੇਸ਼ਣ ਦੇ ਉੱਤੇ ਵੀ ਪਵੇਗਾ। ਤਾਂ ਬੱਚਿਓ, ਇਹ ਪ੍ਰਸ਼ਨ ਹੈ ਜਿਹੜਾ ਇਹ ਥੋੜਾ ਜਿਹਾ ਸਮਝ ਦੇ ਨਾਲ ਅਭਿਆਸ ਕਰਦੇ ਹੋਏ ਫਿਰ ਅਸੀਂ ਇਹਨੂੰ ਹੱਲ ਕਰਨ ਦਾ ਯਤਨ ਕਰਨਾ। ਤਾਂ ਅਸੀਂ ਕੁਝ ਅਭਿਆਸ ਕਰਦੇ ਹਾਂ ਵਾਕਾਂ ਦਾ, ਜਿਸ ਦੇ ਵਿੱਚ ਪਹਿਲਾ ਵਾਕ ਹੈ ਲੜਕਾ ਗੀਤ ਗਾ ਰਿਹਾ ਹੈ। ਤਾਂ ਜਦੋਂ ਅਸੀਂ ਵਚਨ ਬਦਲਾਂਗੇ ਤਾਂ ਅਸੀਂ ਦੁਬਾਰਾ ਵਾਕ ਲਿਖਾਂਗੇ ਲੜਕੇ ਗੀਤ ਗਾ ਰਹੇ ਹਨ। ਪੰਛੀ ਆਕਾਸ਼ ਵਿੱਚ ਉਡਾਰੀ ਮਾਰ ਰਿਹਾ ਹੈ। ਪੰਛੀ ਆਕਾਸ਼ ਵਿੱਚ ਉਡਾਰੀ ਮਾਰ ਰਹੇ ਹਨ। ਚਿੜੀ ਚੀਂ ਚੀਂ ਕਰਦੀ ਹੈ। ਚਿੜੀਆਂ ਚੀਂ ਚੀਂ ਕਰਦੀਆਂ ਹਨ। ਪੁਸਤਕ ਅਲਮਾਰੀ ਵਿੱਚ ਪਈ ਹੈ। ਪੁਸਤਕਾਂ ਅਲਮਾਰੀਆਂ ਵਿੱਚ ਪਈਆਂ ਹਨ। ਕੁੜੀ ਰੌਲਾ ਪਾ ਰਹੀ ਹੈ। ਕੁੜੀਆਂ ਰੌਲਾ ਪਾ ਰਹੀਆਂ ਹਨ। ਸ਼ੇਰਨੀ ਜੰਗਲ ਵਿੱਚ ਫਿਰਦੀ ਹੈ। ਸ਼ੇਰਨੀਆਂ ਜੰਗਲਾਂ ਵਿੱਚ ਫਿਰਦੀਆਂ ਹਨ। ਅੰਬ ਮਿੱਠਾ ਤੇ ਸੁਆਦੀ ਹੈ। ਅੰਬ ਮਿੱਠੇ ਤੇ ਸੁਆਦੀ ਹਨ। ਕਿਰਸਾਨ ਹਲ ਚਲਾ ਰਿਹਾ ਹੈ। ਕਿਰਸਾਨ ਹਲ ਚਲਾ ਰਹੇ ਹਨ। ਮੇਰੇ ਮਿੱਤਰ ਕੋਲ ਬੱਕਰੀ ਹੈ। ਮੇਰੇ ਮਿੱਤਰਾਂ ਕੋਲ ਬੱਕਰੀਆਂ ਹਨ। ਕੁੜੀ ਟੈਲੀਫੋਨ ਤੇ ਗੱਲ ਕਰ ਰਹੀ ਹੈ। ਕੁੜੀਆਂ ਟੈਲੀਫੋਨਾਂ ਤੇ ਗੱਲਾਂ ਕਰ ਰਹੀਆਂ ਹਨ। ਤਾਂ ਇਹ ਕੁਝ ਵਾਕ ਸੀ। ਤਾਂ ਵਾਕ ਦੇ ਵਿੱਚ ਅਸੀਂ ਨਾਮ ਸ਼ਬਦਾਂ ਦੇ ਵਚਨ ਬਦਲ ਕੇ ਉਹਨਾਂ ਦਾ ਅਭਿਆਸ ਕੀਤਾ। ਤਾਂ ਅਸੀਂ ਦੇਖਿਆ ਕਿ ਜਦੋਂ ਅਸੀਂ ਇੱਕ ਸ਼ਬਦ ਦਾ, ਨਾਮ ਸ਼ਬਦ ਦਾ ਵਚਨ ਬਦਲਦੇ ਹਾਂ ਤਾਂ ਦੂਸਰੇ ਸ਼ਬਦਾਂ ਤੇ ਵੀ ਉਸ ਦਾ ਪ੍ਰਭਾਵ ਪੈਂਦਾ ਹੈ। ਦੂਸਰੇ ਸ਼ਬਦਾਂ ਦਾ ਰੂਪ ਹੈ ਜਿਹੜਾ ਉਹ ਵੀ ਬਦਲਦਾ। ਇਹਦੇ ਵਿੱਚ ਕਿਰਿਆ ਸ਼ਬਦ ਹੈ ਜਿਹੜੇ, ਉਹਨਾਂ ਦਾ ਰੂਪ ਵੀ ਨਾਲ ਹੀ ਬਦਲ ਗਿਆ। ਤਾਂ ਬੱਚਿਓ, ਬਹੁਤੀ ਵਾਰ ਇਦਾਂ ਵੀ ਹੁੰਦਾ ਹੈ ਕਿ ਕਈ ਸ਼ਬਦ ਅਜਿਹੇ ਹੁੰਦੇ ਹੈ ਜਿਨ੍ਹਾਂ ਦਾ ਰੂਪ ਨਹੀਂ ਵੀ ਬਦਲਿਆ ਜਾਂਦਾ।
ਤਾਂ ਇਹਦੇ ਲਈ ਅਸੀਂ ਯਾਦ ਰੱਖਣਾ ਹੈ ਕਿ ਜੇਕਰ ਨਾਮ ਸ਼ਬਦਾਂ ਦੇ ਨਾਲ ਅਸੀਂ ਸੰਬੰਧਕ ਲੱਗਿਆ ਹੋਇਆ ਹੈ ਵਾਕ ਦੇ ਵਿੱਚ, ਤਾਂ ਹੀ ਅਸੀਂ ਉਹਨਾਂ ਨੂੰ ਬਹੁਵਚਨ ਰੂਪ ਦੇਵਾਂਗੇ। ਜੇਕਰ ਸੰਬੰਧਕ ਨਾ ਲੱਗਿਆ ਹੋਵੇ ਤਾਂ ਉਹ ਇੱਕ ਵਚਨ ਰੂਪ ਦੇ ਵਿੱਚ ਹੀ ਰਹਿੰਦੇ ਨੇ, ਉਹਨਾਂ ਦਾ ਬਹੁਵਚਨ ਨਹੀਂ ਬਣਦਾ। ਇਸ ਤੋਂ ਇਲਾਵਾ ਕਈ ਸ਼ਬਦ ਅਜਿਹੇ ਹੈ ਜਿਨ੍ਹਾਂ ਦਾ ਇੱਕ ਵਚਨ ਰੂਪ ਤੇ ਬਹੁਵਚਨ ਰੂਪ ਇੱਕੋ ਹੀ ਰਹਿੰਦਾ ਹੈ, ਉਹਦੇ ਵਿੱਚ ਬਦਲਾਵ ਨਹੀਂ ਆਉਂਦਾ। ਇਹ ਵਧੇਰੇ ਕਰਕੇ ਅਸੀਂ ਵਾਕ ਦੀ ਬਣਤਰ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ, ਉਹਨੂੰ ਪੜ੍ਹਦੇ ਹਾਂ, ਸਮਝਦੇ ਹਾਂ, ਸਮਝ ਦੇ ਆਧਾਰ ਤੇ ਨਿਰਣਾ ਕਰਦੇ ਹਾਂ ਕਿ ਇਸ ਦੇ ਵਿੱਚ ਵਾਕ ਦੇ ਵਿੱਚ ਰੂਪ ਹੈ ਜਿਹੜਾ ਨਾਮ ਸ਼ਬਦ ਦਾ ਉਹ ਬਦਲਿਆ ਜਾਏਗਾ ਜਾਂ ਨਹੀਂ ਬਦਲਿਆ ਜਾਏਗਾ। ਕਿਉਂਕਿ ਸਿਰਫ ਵਚਨ ਬਦਲਣ ਲਈ ਅਸੀਂ ਵਾਕ ਹੈ ਜਿਹੜਾ ਉਹਦੀ ਸਾਰੀ ਬਣਤਰ ਨੂੰ ਖਰਾਬ ਨਹੀਂ ਕਰ ਸਕਦੇ, ਜਾਂ ਉਹਦੀ ਬਣਤਰ ਹੈ ਜਿਹੜੀ ਉਹਨੂੰ ਉਹ ਰੂਪ ਨਹੀਂ ਦੇ ਸਕਦੇ ਕਿ ਵਾਕ ਹੈ ਜਿਹੜਾ ਉਹ ਸਾਰਥਕ ਹੀ ਨਾ ਰਹੇ। ਤਾਂ ਇਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਵਾਕ ਰੂਪਾਂ ਦੇ ਵਿੱਚ ਵਚਨ ਬਦਲੀ ਦੇ ਵੱਧ ਤੋਂ ਵੱਧ ਅਭਿਆਸ ਕਰੀਏ। ਕਿਉਂਕਿ ਕੋਈ ਵੀ ਪਾਠ ਕਿੰਨਾ ਵੀ ਸੌਖਾ ਕਿਉਂ ਨਾ ਹੋਵੇ, ਜੇਕਰ ਅਸੀਂ ਅਭਿਆਸ ਨਹੀਂ ਕਰਦੇ ਤਾਂ ਉਸ ਦੀਆਂ ਬਰੀਕੀਆਂ ਤੱਕ ਅਸੀਂ ਨਹੀਂ ਪਹੁੰਚ ਸਕਦੇ। ਕਈ ਨਿਯਮ ਹੈ ਜਿਹੜੇ ਜਿਵੇਂ ਜਿਵੇਂ ਅਸੀਂ ਉਹਨਾਂ ਦੀ ਵਰਤੋਂ ਕਰਦੇ ਹਾਂ, ਅਭਿਆਸ ਕਰਦੇ ਹਾਂ, ਉਵੇਂ ਉਵੇਂ ਸਾਨੂੰ ਜ਼ਿਆਦਾ ਸਪਸ਼ਟ ਹੁੰਦੇ ਹੈ। ਤਾਂ ਜ਼ਿਆਦਾ ਸਪਸ਼ਟਤਾ ਦੇ ਲਈ ਸਾਨੂੰ ਵੱਧ ਤੋਂ ਵੱਧ ਅਭਿਆਸ ਕਰਨਾ ਪਵੇਗਾ। ਧੰਨਵਾਦ।